ਸਰਦਾਰ ਵਰਿਆਮ ਸਿੰਘ ਸੰਧੂ ਦੀ ਕਹਾਣੀ ਹੈ ਰਾਖਾ। ਕਮਰੇ ਅੰਦਰ ਪੈਰ ਧਰਦਿਆਂ ਹਰਬੰਸ ਨੇ ਵੇਖਿਆ ਸਾਈਂ ਦਾਸ ਛੱਤ ਵੱਲ ਮੂੰਹ ਚੁੱਕੀ ਚਿਲਮ ਪੀ ਰਿਹਾ ਸੀ। ਛੱਤ ਉੱਪਰ ਜਾਲੇ ਵਿੱਚ ਫਸੀ ਮੱਕੜੀ ਵਾਂਗ ਉਹਦੀ ਨਜ਼ਰ ਤੇ ਖਿਆਲ ਪੀੜ ਤੇ ਗਮ ਦੀਆਂ ਤੰਦਾਂ 'ਚ ਉਲਝੇ ਹੋਏ ਸਨ। ਮਹਿੰਦੀ ਰੰਗੀਆਂ ਮੁੱਛਾਂ ਵਿੱਚੋਂ ਜਦੋਂ ਧੂਏਂ ਦਾ ਵਰੋਲਾ ਉੱਪਰ ਵੱਲ ਸੁੱਟਦਾ ਤਾਂ ਇੰਝ ਲੱਗਦਾ ਜਿਵੇਂ ਉਹਦਾ ਸਾਰੇ ਦਾ ਸਾਰਾ ਅੰਦਰ ਮੱਚਿਆ ਪਿਆ ਸੀ ਤੇ ਉਸ ਮੱਚਦੀ ਅੱਗ ਉੱਤੇ ਉਸਦੀ ਵਿਚਾਰਗੀ ਦਾ ਪੀਣੀ ਪੈਣ ਤੇ ਜਿਵੇਂ ਧੂੰਆਂ ਇਸ ਸੜਦੀ ਬੁਝਦੀ ਮਨੋਦਸ਼ਾ ਦਾ ਪ੍ਰਗਟਾ ਸੀ। ਉਸਦੀਆਂ ਅੱਖਾਂ ਵਿੱਚ ਗਹਿਰੀ ਲਾਲੀ ਤੇ ਧੁੰਦ ਸੀ। ਗਲ ਵਿੱਚ ਪਹਿਨੀ ਕਾਲੇ ਤੇ ਚਿੱਟੇ ਮਣਕਿਆਂ ਦੀ ਮਾਲਾ ਤੋਂ ਇਹ ਅੰਦਾਜ਼ਾ ਲਗਾਉਣ 'ਚ ਕੋਈ ਮੁਸ਼ਕਿਲ ਨਹੀਂ ਸੀ ਰਹਿ ਜਾਂਦੀ ਕਿ ਸਾਈਂ ਦਾਸ ਆਪ ਵੀ ਅੰਧ ਵਿਸ਼ਵਾਸੀ ਵਿਚਾਰਾਂ ਦੀ ਮਾਲਾ ਦਾ ਇੱਕ ਮਣਕਾ ਹੀ ਸੀ। ਸਾਈਂ ਦਾਸ ਖੰਘਿਆ ਤੇ ਫਿਰ ਇੱਕ ਹੱਥ ਚਿਲਮ ਨਾਲੋਂ ਲਾ ਕੇ ਮਹਿੰਦੀ ਰੰਗੇ ਪਟਿਆਂ ਵਿੱਚ ਫੇਰਿਆ। ਉਹ ਆਪਣੇ ਵਿਚਾਰਾਂ 'ਚ ਇੰਨਾ ਗੁੰਮ ਸੀ ਕਿ ਹਰਬੰਸ ਦੇ ਕਮਰੇ 'ਚ ਆਉਣ ਦਾ ਉਹਨੂੰ ਕੋਈ ਗਿਆਨ ਨਹੀਂ ਸੀ। ਸਾਹਮਣੇ ਪੀੜ੍ਹੀ ਤੇ ਬੈਠੀ ਸਾਈਂ ਦਾਸ ਦੀ ਲੜਕੀ ਸੱਤਿਆ ਦੀਆਂ ਨਜ਼ਰਾਂ ਹਰਬੰਸ ਨਾਲ ਮਿਲੀਆਂ ਤਾਂ ਉਹ ਸੰਗ ਤੇ ਸ਼ਰਮ ਨਾਲ ਕੰਨਾਂ ਤੱਕ ਸੂਹੀ ਹੋ ਗਈ। ਅਜਿਹਾ ਸੂਹਾਪਣ ਕਮਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਰਬੰਸ ਨੇ ਦੂਰ ਪੱਛਮ ਵਿੱਚ ਡੁੱਬਦੇ ਸੂਰਜ ਦੇ ਚਿਹਰੇ 'ਚ ਤੱਕਿਆ ਸੀ ਤੇ ਕੁਝ ਡੁੱਬ ਜਾਣ ਜਾਂ ਕੁਝ ਕਤਲ ਹੋ ਜਾਣ ਵਰਗਾ ਅਹਿਸਾਸ ਕੁੜੀ ਦੇ ਸਾਂਵਲੇ ਚਿਹਰੇ ਤੇ ਗਮ ਡੁੱਬੀਆਂ ਅੱਖਾਂ ਵਿੱਚ ਸੀ। ਉਹ ਸਿਮਟ ਕੇ ਇਕੱਠੀ ਹੋ ਗਈ ਤੇ ਆਪਣੀ ਚੁੰਨੀ ਨੂੰ ਸਿਰ ਤੋਂ ਠੀਕ ਕਰਨ ਲੱਗੀ, ਪਰ ਦਿਲ ਦੀ ਵੱਧਦੀ ਧੜਕਣ ਨੂੰ ਠੀਕ ਕਰਨਾ ਉਹਦੇ ਵੱਸ ਦਾ ਰੋਗ ਨਹੀਂ ਸੀ। ਸੱਤਿਆ ਦੇ ਸਿਰ ਉੱਤੋਂ ਪਿਛਲੀ ਕੰਧ ਵਿਚਲੇ ਤਾਕੀਆਂ ਤੋਂ ਬਿਨਾਂ ਦੀਵਿਆਂ ਦੇ ਧੂਏਂ ਨਾਲ ਧੁਆਂਖੇ ਆਲੇ ਵਿੱਚ ਭਗਵਾਨ ਦੀ ਮੂਰਤੀ ਹਰਬੰਸ ਨੂੰ ਕਿਧਰੇ ਦਿਖਾਈ ਨਾ ਦਿੱਤੀ। ਆਲਾ ਧਾਰਮਿਕ ਪੁਜਾਰੀਆਂ ਦੇ ਮਨੁੱਖੀ ਪਿਆਰ ਤੋਂ ਖਾਲੀ ਦਿਲਾਂ ਵਾਂਗ ਖਾਲੀ ਪਿਆ ਸੀ। ਉਹਦੇ ਖਾਲੀ ਹੋਣ ਨੇ ਹਰਬੰਸ ਦਾ ਦਿਲ ਦਿਮਾਗ ਪ੍ਰਸ਼ਨ ਚਿੰਨ੍ਹਾਂ ਨਾਲ ਭਰ ਦਿੱਤਾ ਸੀ। ਸਿਰ ਤੇ ਮੁਕਟ ਪਹਿਨੀ, ਲੱਤ ਤੇ ਲੱਤ ਰੱਖੀ, ਹੋਂਠਾਂ ਨਾਲ ਬੰਸਰੀ ਛੁਆਈ ਹੋਈ ਭਗਵਾਨ ਦੀ ਇਹ ਛੋਟੀ ਜਿਹੀ ਮੂਰਤੀ ਸਾਈਂ ਦਾਸ ਦੀ ਜਿੰਦ ਜਾਨ ਸੀ। ਹਰ ਰੋਜ਼ ਸਵੇਰੇ ਉੱਠਦਿਆਂ ਉਹਦਾ ਪਹਿਲਾ ਕੰਮ ਮੂਰਤੀ ਨੂੰ ਸਾਫ਼ ਕਰਨਾ, ਧੂਫ ਦੇਣਾ ਤੇ ਮੱਥਾ ਟੇਕਣਾ ਸੀ। ਇਸ ਮੂਰਤੀ ਵਿੱਚ ਉਹਦੀ ਅਤਿਅੰਤ ਸ਼ਰਧਾ ਸੀ। ਹਰ ਆਏ ਗਏ ਵਿਅਕਤੀ ਨੂੰ ਉਹ ਬੜੇ ਪਿਆਰ, ਸਤਿਕਾਰ ਤੇ ਸ਼ਰਧਾ ਨਾਲ ਦੱਸਦਾ ਕਿ ਪਾਕਿਸਤਾਨ ਵਿੱਚ ਵੀ ਉਹ ਜਿਸ ਮੰਦਰ ਵਿੱਚ ਰਹਿੰਦਾ ਸੀ ਉੱਥੋਂ ਹੋਰ ਕੁਝ ਆਪਣੇ ਨਾਲ ਨਹੀਂ ਸੀ ਲਿਆਇਆ। ਕੇਵਲ ਇਹ ਮੂਰਤੀ ਹੀ ਸੀ ਜੋ ਜਿੰਦ ਨਾਲੋਂ ਵੀ ਪਿਆਰੀ ਸਮਝ ਕੇ ਉਹ ਛਾਤੀ ਨਾਲ ਘੁੱਟੀ ਇੱਧਰ ਲੈ ਆਇਆ ਸੀ। ਤੇ ਇਸ ਮੂਰਤੀ ਦੀ ਕਿਰਪਾ ਹੀ ਸੀ ਕਿ ਪਾਕਿਸਤਾਨੋਂ ਆਉਂਦਿਆਂ ਹੀ ਉਹਨੂੰ ਸੱਤਿਆ ਦੀ ਮਾਂ ਪਰਿਵਾਰ ਨਾਲੋਂ ਨਿਖੜੀ ਮੁਫਤ ਵਿੱਚ ਹੀ ਟੱਕਰ ਗਈ ਸੀ। ਨਹੀਂ ਤਾਂ ਸਾਈਂ ਦਾਸ ਜੀ ਨੂੰ ਕੌਣ ਆਪਣੀ ਲੜਕੀ ਦਿੰਦਾ ਸੀ। ਅਜਿਹੀ ਕਿਰਪਾ ਤਾਂ ਭਗਵਾਨ ਖੁਦ ਹੀ ਕਰ ਸਕਦੇ ਹਨ। ਪਾਕਿਸਤਾਨੋਂ ਆ ਕੇ ਸਾਈਂ ਦਾਸ ਹਰਬੰਸ ਹੋਰਾਂ ਦੇ ਪਿੰਡੋਂ ਬਾਰ-ਬਾਰ ਚੜ੍ਹਦੇ ਪਾਸੇ ਕਿਸੇ ਪੁਰਾਣੇ ਫਕੀਰ ਦੀ ਕਬਰ ਤੇ ਪਤਨੀ ਸਮੇਤ ਟਿਕ ਗਿਆ ਸੀ। ਇੱਕ ਛੋਟਾ ਜਿਹਾ ਕਮਰਾ ਕਬਰ ਦੇ ਨਾਲ ਕਰਕੇ ਸੀ। ਜੰਡਾਂ ਕਰੀਰਾਂ ਦੇ ਝੁੰਡ ਵਿੱਚ ਇਹ ਥਾਂ ਘਿਰੀ ਹੋਈ ਸੀ। ਫਕੀਰ ਦੀ ਕਬਰ ਉੱਤੇ ਹਰ ਵੀਰਵਾਰ ਲੋਕੀ ਦੀਵੇ ਜਗਾਉਂਦੇ, ਘਰ ਬਾਹਰ ਮਾਲ ਡੰਗਰ ਅੰਗਾਂ ਸਾਕਾਂ ਦੀਆਂ ਸੁੱਖਣਾ ਸੁੱਖਦੇ। ਸਾਲ ਪਿੱਛੋਂ ਪਿੰਡ ਦੇ ਲੋਕ ਮਿਲ ਕੇ ਕਬਰ ਤੇ ਮੇਲਾ ਲਾਉਂਦੇ। ਸਾਈਂ ਦਾਸ ਦਾ ਚੜ੍ਹਾਵੇ ਨਾਲ ਚੰਗਾ ਗੁਜ਼ਾਰਾ ਚੱਲਦਾ ਜਾਂਦਾ ਸੀ। ਇਸ ਤੋਂ ਬਿਨਾਂ ਰੋਟੀ ਤੇ ਦੁੱਧ ਉਹ ਪਿੰਡੋਂ ਭਾਈਆਂ ਵਾਂਗ ਉਗਰਾ ਲੈਂਦੇ ਤੇ ਸਮਾਂ ਗੁਜ਼ਰਦਾ ਜਾ ਰਿਹਾ ਸੀ। ਹਰਬੰਸ ਸਾਈਂ ਦਾਸ ਨੂੰ ਬਚਪਨ ਤੋਂ ਜਾਣਦਾ ਸੀ। ਸਿਆਲ ਦੀਆਂ ਕਕਰੀਲੀਆਂ ਰਾਤਾਂ ਵਿੱਚ ਸਾਈਂ ਦਾਸ ਫਕੀਰ ਦੀ ਕਬਰ ਦੇ ਕੋਲ ਕਰਕੇ ਧੂੰਆਂ ਬਾਲਦਾ। ਪਿੰਡ ਦੇ ਮੁੰਡੇ ਖੁੰਡੇ ਤੇ ਮੰਚਲੇ ਉਹਦੇ ਕੋਲ ਜਾ ਬੈਠਦੇ। ਅੱਗ ਸੇਕਦਿਆਂ ਸਾਈਂ ਦਾਸ ਆਪਣੀ ਚਿਲਮ ਵੀ ਗਰਮ ਰੱਖਦਾ ਤੇ ਗੁੜ-ਗੁੜ ਸੂਟੇ ਖਿੱਚਦਿਆਂ ਲੰਮੀਆਂ-ਲੰਮੀਆਂ ਬਾਤਾਂ ਨਾਲ ਰਾਤ ਨੂੰ ਛੋਟਿਆਂ ਕਰੀ ਜਾਂਦਾ। ਉਹਦੀ ਭਾਰੀ ਕਗਿਆਈ ਆਵਾਜ਼ ਵਿੱਚ ਭੂਤਕਾਲ ਗੁਰਗਰਾਉਂਦਾ ਸੀ। ਗਰਮੀਆਂ ਦੇ ਦਿਨਾਂ 'ਚ ਦੁਪਹਿਰਾਂ ਨੂੰ ਉਸ ਕੋਲ ਜੰਡਾਂ ਦੀ ਭਾਵੇਂ ਤਾਸ਼ ਦੀਆਂ ਬਾਜ਼ੀਆਂ ਲੱਗਦੀਆਂ ਰਹਿੰਦੀਆਂ। ਪੂਰਨ ਭਗਤ ਤੇ ਵਾਰਿਸ ਸ਼ਾਹ ਦੀ ਹੀਰ ਵੀ
ਉਸਦੇ ਤਕੀਏ ਵਿੱਚ ਰੰਗੀਲੀ ਠਾਠ ਕਾਇਮ ਕਰੀ ਰੱਖਦੇ। ਹਰਬੰਸ ਦਾ ਇਹਨਾਂ ਸਿਆਲੇ ਦੀਆਂ ਰਾਤਾਂ ਤੇ ਗਰਮੀਆਂ ਦੇ ਦੁਪਹਿਰਾਂ ਨਾਲ ਖਾਸ ਸੰਬੰਧ ਰਿਹਾ ਸੀ। ਸੱਤਿਆ ਉਹ ਤੋਂ 4 ਸਾਲ ਛੋਟੀ ਸੀ ਤੇ ਕਈ ਵਾਰ ਉਹ ਨਿੱਕੇ ਹੁੰਦਿਆਂ ਇਕੱਠੇ ਖੇਡ ਵੀ ਲਿਆ ਕਰਦੇ। ਮਿੱਟੀ ਦੇ ਘਰ ਬਣਾਉਂਦੇ ਤੇ ਢਾਉਂਦੇ। ਜਦੋਂ ਕਿਸੇ ਖੇਡ ਵਿੱਚ ਹੋਏ ਝਗੜੇ ਤੋਂ ਸੱਚਾਈ ਦਾ ਪ੍ਰਗਟਾਵਾ ਕਰਨਾ ਹੁੰਦਾ ਤਾਂ ਸੱਤਿਆ ਭਗਵਾਨ ਦੀ ਕਸਮ ਖਾਂਦੀ। ਹਰਬੰਸ ਨਾਲ ਸਾਈਂ ਦਾਸ ਤੇ ਉਸਦੀ ਪਤਨੀ ਵੀ ਸਨੇਹ ਰੱਖਦੇ ਸਨ ਤੇ ਉਹ ਵੀ ਹਰਬੰਸ ਨੂੰ ਭਗਵਾਨ ਦੀ ਮੂਰਤੀ ਦੀਆਂ ਰੱਬੀ ਸ਼ਕਤੀਆਂ ਬਾਰੇ ਦੱਸਦੇ। ਉਹਨਾਂ ਦੇ ਪ੍ਰਭਾਵ ਅਧੀਨ ਹਰਬੰਸ ਵੀ ਮੂਰਤੀ ਸਾਹਵੇਂ ਨਮਸਕਾਰ ਕਰਦਾ ਤੇ ਮਨ 'ਚ ਭਗਵਾਨ ਅੱਗੇ ਪ੍ਰਾਰਥਨਾਵਾਂ ਕਰਦਾ। ਪਰ ਇਹ ਤਾਂ ਨਿੱਕੇ ਹੁੰਦਿਆਂ ਦੀਆਂ ਗੱਲਾਂ ਸਨ। ਹਰਬੰਸ ਨੇ ਪਿੰਡ ਦਾ ਸਕੂਲ ਪਾਸ ਕਰ ਲਿਆ ਤੇ ਫਿਰ ਸ਼ਹਿਰ ਪੜ੍ਹਨੇ ਪੈ ਗਿਆ ਤੇ ਹੁਣ ਜਦੋਂ ਸ਼ਹਿਰੋਂ ਆਪਣੀ ਪੜ੍ਹਾਈ ਖਤਮ ਕਰਕੇ ਪਿੰਡ ਆਇਆ ਸੀ ਤਾਂ ਉਹਦੇ ਤੌਰ ਹੀ ਬਦਲੇ ਹੋਏ ਸਨ। ਗੁਰਦੁਆਰੇ ਗੁਰਪੁਰਬ ਦੇ ਇੱਕ ਦੀਵਾਨ ਵਿੱਚ ਉਹਨੇ ਭਾਸ਼ਣ ਦਿੱਤਾ। ਉਹ ਸਾਈਂ ਦਾਸ ਨੇ ਵੀ ਸੁਣਿਆ ਤੇ ਸਾਈਂ ਦਾਸ ਉਹਦੇ ਵਿਚਾਰ ਸੁਣ ਕੇ ਹੈਰਾਨੀ 'ਚ ਉਂਗਲਾਂ ਟੁੱਕਣ ਲੱਗਾ। ਭਗਵਾਨ ਦੀ ਮੂਰਤੀ ਅੱਗੇ ਮੱਥਾ ਟੇਕਣ ਵਾਲਾ ਬਚਪਨ ਦਾ ਹਰਬੰਸ ਵੱਡਾ ਹੋ ਕੇ ਕੀ ਕਹਿ ਰਿਹਾ ਸੀ? ਮੈਂ ਅਸਲੀ ਰੱਬ ਪੱਥਰ ਦੀਆਂ ਨਿਰਜਿੰਦ ਮੂਰਤੀਆਂ ਤੇ ਵੱਡੇ ਉੱਚੇ ਉਸਰੇ ਧਾਰਮਿਕ ਸਥਾਨਾਂ ਵਿੱਚ ਨਹੀਂ ਸਮਝਦਾ, ਸਗੋਂ ਜਿਉਂਦੇ ਇਨਸਾਨਾਂ ਵਿੱਚ ਸਮਝਦਾ ਹਾਂ। ਇਨਸਾਨ ਜੋ ਹੱਡ ਮਾਸ ਤੇ ਲਹੂ ਦੇ ਪੁਤਲੇ ਹਨ, ਜਿਨ੍ਹਾਂ ਵਿੱਚ ਦਿਲ ਧੜਕਦਾ ਹੈ। ਇਨਸਾਨ ਵਿੱਚੋਂ ਰੱਬ ਲੱਭਣਾ ਹੀ ਅੱਜ ਦੇ ਮਨੁੱਖ ਦਾ ਅਸਲੀ ਉਦੇਸ਼ ਹੈ। ਮੇਰਾ ਰੱਬ ਇਹ ਜਨਤਾ ਹੈ, ਲੋਕ ਹਨ, ਤੁਸੀਂ ਹੋ ਤੇ ਤੁਹਾਡੇ ਤੋਂ ਬਿਨਾਂ ਜੇ ਕੋਈ ਰੱਬ ਅਰਸ਼ਾਂ ਵਿੱਚ ਵਸਦਾ ਵੀ ਹੋਵੇ ਤਾਂ ਮੈਨੂੰ ਅਜਿਹੇ ਭਗਵਾਨ ਦੀ ਜ਼ਰੂਰਤ ਨਹੀਂ, ਚਾਹਨਾ ਨਹੀਂ, ਇੱਛਾ ਨਹੀਂ। ਇਹ ਵਿਚਾਰ ਸਨ ਜਿਨ੍ਹਾਂ ਨੇ ਸਾਈਂ ਦਾਸ ਦੇ ਮਨ ਵਿੱਚ ਹਰਬੰਸ ਦੇ ਵਿਰੁੱਧ ਧੂੰਆਂ ਜਿਹਾ ਬਾਲ ਦਿੱਤਾ ਸੀ। ਉਹਨੇ ਇਸ ਸੰਬੰਧੀ ਹਰਬੰਸ ਨਾਲ ਵਿਚਾਰ ਵਟਾਂਦਰਾ ਵੀ ਕੀਤਾ, ਪਰ ਹਰਬੰਸ ਨੂੰ ਖਬਰੇ ਕੀ ਹੋ ਗਿਆ ਸੀ। ਸਾਈਂ ਦਾਸ ਹੈਰਾਨੀ 'ਚ ਕੁੜਦਾ ਰਹਿੰਦਾ, ਅੱਜ ਦੀਆਂ ਪੜ੍ਹਾਈਆਂ ਨੂੰ ਕੋਸਦਾ ਰਹਿੰਦਾ। ਭਗਵਾਨ ਦੀ ਮੂਰਤੀ ਸਾਹਵੇਂ ਕਿੰਨਾ ਚਿਰ ਸਿਰ ਨਿਵਾ ਕੇ ਬੈਠਾ ਰਹਿੰਦਾ ਤੇ ਇਹਨਾਂ ਰਾਹੋਂ ਭੁੱਲਦੇ ਜਾ ਰਹੇ ਮੂਰਖਾਂ ਨੂੰ ਸੁਮਤ ਬਖਸ਼ਣ ਤੇ ਨਰਕਾਂ ਵਿੱਚ ਜਾਣੋਂ ਰੋਕਣ ਲਈ ਬੇਨਤੀਆਂ ਤੇ ਅਰਦਾਸਾਂ ਕਰਦਾ ਰਹਿੰਦਾ। ਤੇ ਫਿਰ ਜਿੱਥੇ ਕਿਤੇ ਵੀ 2-4 ਆਦਮੀਆਂ ਵਿੱਚ ਗੱਲ ਕਰਨ ਦਾ ਮੌਕਾ ਮਿਲਦਾ ਤਾਂ ਉਹ ਹਰਬੰਸ ਬਾਰੇ ਜ਼ਰੂਰ ਗੱਲ ਛੇੜਦਾ। ਤੇ ਉੱਧਰ ਹਰਬੰਸ ਵੀ ਕਿਹੜਾ ਘੱਟ ਸੀ। ਗੁਰਦੁਆਰੇ ਦੇ ਭਾਈਆਂ ਤੇ ਸਾਈਂ ਦਾਸ ਦੇ ਭਗਵਾਨ ਦੇ ਸ਼ਰਧਾਲੂਆਂ ਨੂੰ ਨਿੱਕੇ ਵਿਅੰਗ ਲਾਉਂਦਾ ਹੀ ਰਹਿੰਦਾ। ਇੱਕ ਦਿਨ ਪਿੰਡ ਦੇ ਗੁਰਦੁਆਰੇ ਦੇ ਭਾਈ ਨੂੰ ਤਖਤਪੋਸ਼ ਉੱਤੇ ਹੀ ਲੋਕਾਂ ਵਿੱਚ ਹਰਬੰਸ ਨੇ ਕਿਹਾ ਕਿ ਉਹ 10 ਪਾਤਸ਼ਾਹੀਆਂ ਦੇ ਨਾਂ ਤਰਤੀਬਵਾਰ ਦੱਸੇ। ਭਾਈ ਵਿਚਾਰਾ ਸਿੱਧਾ ਸੀ। ਉਹਨੇ ਹਰਬੰਸ ਦੀ ਵੰਗਾਰ ਨੂੰ ਮਨਜ਼ੂਰ ਕਰ ਲਿਆ ਤੇ 10 ਪਾਤਸ਼ਾਹੀਆਂ ਦੇ ਨਾਮ ਲੈਣ ਲਈ ਤਿਆਰ ਹੋ ਗਿਆ। ਦਾੜੀ ਤੇ ਹੱਥ ਫੇਰ ਕੇ ਫਿਰ ਨੀਲੀ ਦਸਤਾਰ ਨੂੰ ਦੋਹਾਂ ਹੱਥਾਂ ਨਾਲ ਠੀਕ ਕੀਤਾ। ਦਸਤਾਰ ਭਾਵੇਂ ਨੀਲੀ ਸੀ ਪਰ ਇੰਨੀ ਜ਼ਿਆਦਾ ਮੈਲੀ ਹੋ ਚੁੱਕੀ ਸੀ ਕਿ ਉਹਨੂੰ ਖਾਕੀ ਆਖਣ ਵਾਲੇ ਤੇ ਵੀ ਕੋਈ ਇਤਰਾਜ਼ ਨਹੀਂ ਸੀ ਕੀਤਾ ਜਾ ਸਕਦਾ। ਹਰਬੰਸ ਤੇ ਹੋਰ 5-7 ਬੰਦੇ ਭਾਈ ਜੀ ਦੇ ਬੋਲਣ ਦੀ ਉਡੀਕ ਕਰ ਰਹੇ ਸਨ। ਭਾਈ ਜੀ ਨੇ ਗਲਾ ਖੰਗੂਰਿਆ ਤੇ ਬੋਲੇ, ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ ਪਤ ਰਾਖੀ ਮੇਰੇ ਵਾਹਿਗੁਰੂ। ਦੂਜੀ ਪਾਤਸ਼ਾਹੀ ਗੁਰੂ ਬਾਜਾਂ ਵਾਲਾ ਪਾਤਸ਼ਾਹ। ਤੀਜੀ ਪਾਤਸ਼ਾਹੀ ਭਾਈ ਤਾਰੂ ਸਿੰਘ ਸ਼ਹੀਦ। ਚੌਥੀ ਬਾਬਾ ਮੋਹ। ਤੇ ਭਾਈ ਨੇ ਇਲਾਕੇ ਦੇ ਹੋਏ ਹੋਰ ਚੰਗੇ ਬਜ਼ੁਰਗਾਂ ਦੇ ਨਾਂ ਗਿਣਨੇ ਸ਼ੁਰੂ ਕਰ ਦਿੱਤੇ। ਸਾਰਿਆਂ ਦਾ ਰੋਕਿਆ ਹੋਇਆ ਹਾਸਾ ਇੱਕ ਵਾਰਗੀ ਫੁੱਟ ਪਿਆ। ਇਹ 10 ਪਾਤਸ਼ਾਹੀਆਂ ਦੇ ਨਾਂ ਨੇ? ਹਰਬੰਸ ਨੇ ਪੁੱਛਿਆ। ਜਵਾਨ ਉਂਝ ਜਾਰੇ ਤੇ ਇਹ ਵੀ ਬੜੇ ਨੇ। ਸਿੱਧ ਪੱਧਰੇ ਭਾਈ ਜੀ ਦਾ ਸਿੱਧਾ ਪੱਧਰਾ ਜਵਾਬ ਸੀ। ਉਹ ਸਾਰੇ ਭਾਈ ਜੀ ਤੇ ਹੱਸ ਰਹੇ ਸਨ ਕਿ ਸਾਈਂ ਦਾਸ ਕਬਰ ਤੇ ਦੀਵੇ ਜਗਾਉਣ ਲਈ ਪਿੰਡ ਵਿੱਚੋਂ ਤੇਲ ਇਕੱਠਾ ਕਰੀ ਬੋਤਲ ਫੜੀ ਆ ਰਿਹਾ ਸੀ। ਹਰਬੰਸ ਤੇ ਚਾਚੇ ਦੇ ਪੁੱਤ ਬਚਨ ਨੇ ਇੱਕ ਚੁਆਨੀ ਕੱਢ ਕੇ ਸਾਈਂ ਦਾਸ ਨੂੰ ਫੜਾਈ ਤੇ ਉਹਦਾ ਚਰਾਗਾਂ ਵਿੱਚ ਤੇਲ ਪਾ ਦੇਣ ਦੀ ਤਾਕੀਦ ਕੀਤੀ। ਹਾਸੇ ਦਾ ਰੌਂ ਪਹਿਲਾਂ ਹੀ ਬਣਿਆ ਹੋਇਆ ਸੀ। ਹਰਬੰਸ ਬਚਨ ਨੂੰ ਕਹਿਣ ਲੱਗਾ, ਓਏ ਬਚਨਿਆ, ਇਸ ਚੁਆਨੀ ਦਾ ਤੇਲ ਚਰਾਗਾਂ 'ਚ ਵਿਅਰਥ ਬਲ ਜਾਣਾ। ਇਹ ਤੇਲ ਤੂੰ ਆਪਣੇ ਸਿਰ 'ਚ ਪਾਉਂਦੋਂ ਮਲਦੋਂ ਤੇ ਤੈਨੂੰ ਸੁਰਤ ਆਉਂਦੀ। ਉਹਦੀ ਇਹ ਗੱਲ ਸਾਈਂ ਦਾਸ ਨੂੰ ਸੱਪ ਵਾਂਗ ਲੜ ਗਈ। ਉਹ ਖਿਝਦਾ ਕ੍ਰਿਝਦਾ ਤੁਰ ਗਿਆ, ਪਰ ਮੂੰਹੋਂ ਕੁਝ ਨਾ ਬੋਲਿਆ। ਆਪਣੇ ਹਨੇਰੇ ਕਮਰੇ 'ਚ ਜਾ ਕੇ ਉਹ ਲੰਮਾ ਪੈ ਗਿਆ। ਕਮਰਾ ਉਹਦਾ ਉਂਝ ਦਾ ਉਂਝ ਹਨੇਰਾ ਸੀ, ਪਰ ਹਰਬੰਸ ਦੇ ਮਨ ਵਿੱਚ ਹੋਇਆ
ਚਾਨਣ ਪਛਾਣ ਲੈਣਾ ਉਹਦੇ ਵੱਸ ਦਾ ਰੋਗ ਨਹੀਂ ਸੀ। ਉਹ ਸਿਰ ਦੇ ਮਹਿੰਦੀ ਰੰਗੇ ਵਾਲਾਂ ਵਿੱਚ ਉਂਗਲੀਆਂ ਫੇਰਨ ਲੱਗਾ। ਉਹ ਆਪਣਾ ਮਨ ਕਿਸੇ ਸਾਹਮਣੇ ਗੱਲਾਂ ਕਰਕੇ ਹੌਲਾ ਕਰਨਾ ਚਾਹੁੰਦਾ ਸੀ। ਘਰ 'ਚ ਸੱਤਿਆ ਹੀ ਸੱਤਿਆ ਸੀ। ਪਤਨੀ ਉਹਦੇ ਨੂੰ ਮਰਿਆਂ 2 ਸਾਲ ਹੋ ਚੁੱਕੇ ਸਨ। ਸੱਤਿਆ ਹੁਣ ਪੂਰੀ ਮੁਟਿਆਰ ਹੋ ਚੁੱਕੀ ਸੀ, ਖਿੜ ਚੁੱਕੀ ਸੀ, ਤੇ ਉਹਦੀ ਭਿੰਨੀ ਭਿੰਨੀ ਮਹਿਕ ਪਿੰਡ ਦੇ ਮਸਫੋਟ ਗੱਭਰੂਆਂ ਦੇ ਦਿਲਾਂ ਤੱਕ ਪਹੁੰਚ ਚੁੱਕੀ ਸੀ। ਕਦੀ ਤਕੀਏ ਵਿੱਚ ਸਾਈਂ ਦਾਸ ਮੁੰਡਿਆਂ ਨੂੰ ਸੱਦ ਕੇ ਬਾਤਾਂ ਪਾਉਂਦਾ ਤੇ ਸੁਣਾਉਂਦਾ ਹੁੰਦਾ ਸੀ, ਤੇ ਅੱਜ ਕੱਲ੍ਹ ਮੁੰਡੇ ਆਪ ਅਣਸੱਦੇ ਆਉਂਦੇ ਤੇ ਬਾਤਾਂ ਪਾਉਂਦੇ। ਸੱਤਿਆ ਦਾ ਹੁੰਗਾਰਾ ਲੋੜਦੇ ਸਨ। ਇਹ ਸਮਾਂ ਸੀ ਜਦੋਂ ਸੱਤਿਆ ਦੀ ਅੱਲੜ ਨਿਜਕਤਾ ਮਰ ਚੁੱਕੀ ਸੀ ਤੇ ਕੁਆਰੀ ਸੰਗ ਜਨਮ ਲੈ ਚੁੱਕੀ ਸੀ। ਮੁਟਿਆਰ ਹੋਈ ਸੱਤਿਆ ਵੱਲ ਤੱਕਣ ਦੀ ਸਾਈਂ ਦਾਸ ਦੀ ਪਤਾ ਨਹੀਂ ਹਿੰਮਤ ਹੀ ਕਿਉਂ ਨਹੀਂ ਸੀ ਪੈਂਦੀ। ਉਹਨੇ ਕਦੀ ਵੀ ਸੱਤਿਆ ਨਾਲ ਹੁਣ ਖੁੱਲ੍ਹਾ ਵਿਚਾਰ ਵਟਾਂਦਰਾ ਨਹੀਂ ਸੀ ਕੀਤਾ। ਹੁਣ ਵੀ ਉਹ ਸੱਤਿਆ ਨੂੰ ਛੱਡ ਕੇ ਭਾਈ ਜੀ ਦੇ ਕੋਲ ਗੁਰਦੁਆਰੇ ਨੂੰ ਤੁਰ ਪਿਆ। ਭਾਈ ਦੇ ਵਿਚਾਰਾਂ ਨੇ ਉਹਦੇ ਬਲਦੇ ਮਨ ਨੂੰ ਕੁਝ ਠੰਡ ਪਾਈ। ਆਹੋ ਸਾਈਂ, ਅੱਜ ਕੱਲ੍ਹ ਲੋਕਾਂ ਵਿੱਚੋਂ ਧਰਮ ਕਰਮ ਉਂਝ ਹੀ ਉੱਡਦਾ ਜਾ ਰਿਹਾ ਹੈ। ਕਲ ਯੁਗ ਜੂਆ 100 ਸਾਖੇ 'ਚ ਵੀ ਮਹਾਰਾਜ ਨੇ ਲਿਖਿਆ, ਇਹ ਵਰਤਾਰੇ ਹੋਣੇ ਹੀ ਹਨ। ਲੋਕ ਰੱਬ ਨੂੰ ਭੁੱਲਦੇ ਜਾਂਦੇ ਨੇ, ਤਦੇ ਤਾਂ ਕੋਈ ਸ਼ਰਮ ਹਿਆ ਨਹੀਂ ਰਹੀ। ਨੂੰਹਾਂ ਧੀਆਂ ਦੀ ਪਛਾਣ ਉੱਡ ਗਈ ਹੈ। ਤੇ ਜਦੋਂ ਵਾਪਸ ਤਕੀਏ ਨੂੰ ਤੁਰਿਆ ਜਾ ਰਿਹਾ ਸੀ ਤਾਂ ਭਾਈ ਦੇ ਕਹੇ ਹੋਏ ਸ਼ਬਦ ਉਹਦੇ ਕੰਨਾਂ 'ਚ ਗੂੰਜ ਰਹੇ ਸਨ। ਉਹ ਜੀ ਦੁਨੀਆ ਗਰਕ ਜਾਣ 'ਤੇ ਆਈ ਆ, ਤੂੰ ਵੇਖੀ ਸਾਈਂ ਦੱਸ, ਥੋੜ੍ਹੇ ਚਿਰ ਨੂੰ ਪਰਲੋ ਆਊ ਪਰਲੋ। ਸੂਰਜ ਢਲਦਾ ਜਾ ਰਿਹਾ ਸੀ। ਉਹ ਸੋਚਾਂ 'ਚ ਗੁੰਮ ਟੁੱਟੇ ਮੰਜੇ 'ਤੇ ਲੇਟ ਗਿਆ। ਨੇੜੇ ਹੀ ਸੱਤਿਆ ਬੈਠੀ ਪੁਰਾਣੀ ਪਾਟੇ ਕਮੀਜ਼ ਨੂੰ ਤੋਪਾ ਲਾ ਰਹੀ ਸੀ। ਪਾਰ ਅੰਤਾਂ ਦੀ ਹਨੇਰੀ ਜਿਵੇਂ ਆਣ ਚੜ੍ਹੀ। 4 ਚੁਫੇਰੇ ਘੱਟਾ ਹੀ ਘੱਟਾ ਹਵਾ ਸ਼ੂਕ ਰਹੀ ਸੀ। ਹਨੇਰਾ ਵਧਣ ਲੱਗਾ। ਦਰਵਾਜ਼ੇ ਪਟ-ਪਟ ਕਰਕੇ ਵੱਜਣ ਲੱਗੇ। ਸਾਈਂ ਦਾਸ ਨੇ ਮੂੰਹ 'ਤੇ ਪਰਨਾ ਲੈਂਦਿਆਂ ਸੱਤਿਆ ਨੂੰ ਦਰਵਾਜ਼ਾ ਢੋਣ ਲਈ ਕਿਹਾ। ਸੱਤਿਆ ਉੱਠੀ ਤੇ ਦਰਵਾਜ਼ੇ ਵੱਲ ਵਧਣ ਹੀ ਲੱਗੀ ਸੀ ਕਿ ਮੂੰਹ ਸਿਰ ਲਪੇਟੀ 2 ਜਵਾਨ ਮੁੰਡੇ ਅੰਦਰ ਦਾਖਲ ਹੋਏ। ਇੱਕ ਨੇ ਆਉਂਦਿਆਂ ਹੀ ਸੱਤਿਆ ਦੀ ਵੀਣੀ ਫੜ ਲਈ। ਕੁੜੀ ਨੇ ਤਰਬ ਕੇ ਹੱਥ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਮਜ਼ਬੂਤ ਹੱਥਾਂ ਦੀ ਪਕੜ ਵਿੱਚ ਉਹਦੀ ਵੰਗ ਕੜਕ ਗਈ ਤੇ ਕੱਚ ਵੀਣੀ ਦੇ ਕੂਲੇ ਮਾਸ 'ਚ ਚੁੱਭ ਗਿਆ। ਉਹਦੀ ਚੀਕ ਨਿਕਲ ਗਈ। ਸੱਤਿਆ ਦੀ ਚੀਕ ਸੁਣ ਕੇ ਸਾਈਂ ਦਾਸ ਨੇ ਡਰ ਕੇ ਅੱਖਾਂ ਤੋਂ ਪਰਨਾ ਲਾਹਿਆ। ਅਜੇ ਉੱਠਣ ਹੀ ਲੱਗਾ ਸੀ ਕਿ ਦੂਸਰੇ ਨੇ ਉਸ ਨੂੰ ਉੱਤੋਂ ਆ ਦਬੋਚਿਆ। ਸਾਈਂ ਦਾਸ ਦੇ ਬੁੱਢੇ ਸਰੀਰ ਨੂੰ ਉਹਦੇ ਪਰਨੇ ਨਾਲ ਹੀ ਮੰਜੇ 'ਤੇ ਜੂੜ ਦਿੱਤਾ। ਆਪ ਉਹਦੇ ਸਾਹਮਣੇ ਛੁਰਾ ਲੈ ਕੇ ਖੜੋ ਗਿਆ। ਨਾ ਓਏ ਸਰਦਾਰੋ, ਇਹ ਤੁਹਾਡੀ ਭੈਣ, ਮੈਂ ਤੁਹਾਡੇ ਆਸਰੇ। ਹੱਥ ਜੋੜਦਿਆਂ ਕੀਤੀ ਜਾ ਰਹੀ ਬੇਨਤੀ ਉਹਦੇ ਮੂੰਹ ਵਿੱਚ ਹੀ ਸੀ ਕਿ ਇੱਕ ਜ਼ੋਰ ਦਾ ਥੱਪੜ ਉਹਦੀ ਗੱਲ੍ਹ 'ਤੇ ਵੱਜਾ। ਇੱਕ ਪਲ ਲਈ ਜਿਵੇਂ ਉਹਦੀ ਸੁਰਤ ਮਾਰੀ ਗਈ। ਉਸ ਭੌਣ ਪੁਆ ਕੇ ਤੱਕਿਆ। ਚੀਕ ਚਿਹਾੜਾ ਪਾਉਂਦੀ ਸੱਤਿਆ ਨੂੰ ਦੂਜਾ ਜ਼ਾਲਮ ਆਪਣੀਆਂ ਬਾਹਾਂ 'ਚ ਘੁੱਟ ਰਿਹਾ ਸੀ। ਚੀਕਾਂ ਮਾਰਦੀ ਸੱਤਿਆ ਉਹ ਤੋਂ ਆਪਣਾ ਆਪਾ ਛੁਡਾਉਣ ਦੇ ਯਤਨ ਵਿੱਚ ਸੀ। ਆਪਣੀਆਂ ਅੱਖਾਂ ਸਾਹਮਣੇ ਆਪਣੀ ਧੀ ਦੀ ਇੰਝ ਹੋ ਰਹੀ ਬੇਪਤੀ ਉਹ ਤੱਕ ਨਹੀਂ ਸੀ ਸਕਦਾ। ਬੇਵੱਸ ਅੱਖੀਆਂ ਦੂਜੇ ਪਾਸੇ ਮੁੜੀਆਂ। ਸਾਹਮਣੇ ਆਲੇ ਵਿੱਚ ਭਗਵਾਨ ਦੀ ਮੂਰਤੀ ਪਈ ਸੀ, ਲੱਤ 'ਤੇ ਲੱਤ ਰੱਖੀ, ਹੋਂਠਾਂ 'ਤੇ ਬੰਸਰੀ ਸਜਾਈ ਹੋਈ। ਸਾਈਂ ਦਾਸ ਦੀਆਂ ਅੱਖਾਂ 'ਚ ਇੱਕ ਪਲ ਆਸ਼ਾ ਦੀ ਲੂ ਚਮਕੀ। ਉਸ ਭਗਵਾਨ ਦੇ ਸਾਹਮਣੇ ਹੱਥ ਜੋੜੇ ਤੇ ਅੱਖਾਂ ਮੀਟ ਲਈਆਂ। ਭਗਵਾਨ, ਆਪਣੀ ਬੇਟੀ ਦੀ ਇੱਜ਼ਤ ਦੀ ਰੱਖਿਆ ਕਰੋ। ਤੂੰ ਗਰੀਬਾਂ 'ਤੇ ਦਇਆ ਕਰਨ ਵਾਲਾ, ਤੂੰ ਦ੍ਰੋਪਦੀ ਦੀ ਭਰੀ ਸਭਾ 'ਚ ਲਾਜ ਰੱਖੀ ਮੇਰੇ ਪ੍ਰਭੂ। ਅੱਜ ਆਪਣੇ ਸੇਵਕ ਦੀ ਬੇਨਤੀ ਸੁਣੋ। ਆਪਣੀ ਬੇਟੀ ਦੀ ਇਹਨਾਂ ਰਾਖਸ਼ਾਂ ਕੋਲੋਂ ਰੱਖਿਆ ਕਰੋ। ਮੇਰੇ ਮੁਰਲੀ ਮਨੋਹਰ ਤੇ ਉਹ ਮੂਰਤੀ ਵੱਲ ਵੇਖਦਾ ਭਗਵਾਨ ਅੱਗੇ ਬੌੜੀਆਂ ਪਾਈ ਜਾ ਰਿਹਾ ਸੀ। ਉਸ ਅੱਖਾਂ ਮੋੜੀਆਂ, ਜ਼ਖਮੀ ਹਿਰਨ ਵਾਂਗ ਬੇਵੱਸ ਸੱਤਿਆ ਉਹਦੇ ਹੱਥਾਂ ਵਿੱਚ ਤੜਫ ਰਹੀ ਸੀ। ਉਫ! ਨੰਗੀਆਂ ਛਾਤੀਆਂ ਤੇ ਸਾਈਂ ਦਾਸ ਸ਼ਰਮ ਤੇ ਬੇਇੱਜ਼ਤੀ ਦੇ ਚਿੱਕੜ ਵਿੱਚ ਗਲ-ਗਲ ਧੱਸ ਗਿਆ। ਆਓ ਭਗਵਾਨ, ਪੁਕਾਰ ਸੁਣੋ ਦੁਖੀਆਂ ਦੀ ਮੇਰੇ ਪ੍ਰਭੂ। ਪਰ ਪੁਕਾਰ ਸੁਣਨ ਤੋਂ ਪਹਿਲਾਂ ਇੱਕ ਸਾਥੀ ਸੱਤਿਆ ਦੀ ਇੱਜ਼ਤ ਨਾਲ ਖੇਡ ਚੁੱਕਾ ਸੀ। ਚੀਕਾਂ ਮਾਰਦੀ ਸੱਤਿਆ ਵੱਲ ਦੂਸਰਾ ਵਧਿਆ। ਸਾਈਂ ਦਾਸ ਦੀਆਂ ਅੱਖਾਂ ਸਾਹਮਣੇ ਛੁਰੇ ਵਾਲਾ ਹੱਥ ਬਦਲ ਚੁੱਕਾ ਸੀ। ਤਕੜੇ ਹੋ ਜੋ, ਹੁਣ ਬਚ ਕੇ ਨਾ ਜਾਇਓ। ਸਾਈਂ ਦਾਸ ਨੇ ਕਮਰੇ ਵਿੱਚ ਲਲਕਾਰ ਸੁਣੀ ਤੇ ਇਹਦੇ ਨਾਲ ਹੀ ਛੁਰੇ ਵਾਲੇ ਹੱਥ 'ਤੇ ਡਾਂਗ ਵੱਜੀ। ਹੱਥ ਲੁੜਕ ਗਿਆ। ਬੌੜੀ ਮੈਂ ਮਰ ਗਿਆ ਕਹਿੰਦਾ ਉੱਥੇ ਹੀ ਬਹਿ ਗਿਆ।
ਉੱਤੋਂ 5-4 ਹੋਰ ਡਾਂਗਾਂ ਉਹਦੇ ਸਿਰ 'ਚ ਵੱਜੀਆਂ। ਸਾਈਂ ਦਾਸ ਨੇ ਵੇਖਿਆ ਇਹ ਹਰਬੰਸ ਹੋਰਾਂ ਦਾ ਕਾਮਾ ਤਾਰੂ ਸੀ ਤੇ ਹਰਬੰਸ ਦੂਸਰੇ ਨੂੰ ਡਾਂਗੀ ਲੱਗਾ ਹੋਇਆ ਸੀ। ਉਹ ਦੋਵੇਂ ਬਾਹਰ ਖੇਤਾਂ ਨੂੰ ਸ਼ਾਮ ਨੂੰ ਪਾਣੀ ਲਾਉਣ ਜਾ ਰਹੇ ਸਨ ਕਿ ਸੱਤਿਆ ਦੀਆਂ ਚੀਕਾਂ ਦੀ ਆਵਾਜ਼ ਉਹਨਾਂ ਨੂੰ ਇੱਕਦਮ ਇੱਧਰ ਖਿੱਚ ਲਿਆਈ। ਉਹਨਾਂ ਸਾਈਂ ਦਾਸ ਨੂੰ ਵੀ ਮੰਜੇ ਤੋਂ ਖੋਲ੍ਹ ਦਿੱਤਾ। ਤਿੰਨਾਂ ਨੇ ਰਲ ਕੇ ਖੂਬ ਸੇਵਾ ਕੀਤੀ। ਉਹਨਾਂ ਦੋਹਾਂ ਵਿੱਚੋਂ ਇੱਕ ਸਰਪੰਚ ਦਾ ਮੁੰਡਾ ਤੇ ਦੂਜਾ ਉਹਦਾ ਸਾਥੀ, ਦੋਹਾਂ ਨੂੰ ਬਾਹਾਂ ਤੋਂ ਬੰਨ੍ਹ ਕੇ ਅੱਗੇ ਲਾ ਲਿਆ। ਇੱਕ ਨੁੱਕਰ 'ਚ ਅਰਧ-ਨਗਨ ਸੱਤਿਆ ਅਥਰੂਆਂ 'ਚ ਭਿੱਜੀ ਖੜੀ ਸੀ। ਆਪਣੀ ਤੇੜ ਦੀ ਚਾਦਰ ਲਾਹ ਕੇ ਉਸ ਵੱਲ ਸੁੱਟਦਿਆਂ ਹਰਬੰਸ ਨੇ ਆਪਣਾ ਸਰੀਰ ਕੱਜਣ ਲਈ ਕਿਹਾ। ਫਿਰ ਸਾਈਂ ਦਾਸ ਨੂੰ ਕਿਹਾ, ਸਾਈਂ ਮੈਂ ਤੇ ਤਾਰੂ ਇਹਨਾਂ ਨੂੰ ਹੁਣੇ ਚੌਂਕੀ ਲੈ ਜਾਂਦੇ ਹਾਂ, ਤੂੰ ਇੱਥੇ ਠਹਿਰ, ਮੈਂ ਬਾਅਦ 'ਚ ਆਇਆ। ਇਹ ਜੰਮ ਪਏ ਵੱਡੇ ਸੂਰਮੇ, ਫਿੱਟੇ ਮੂੰਹ ਕੰਜਰੋ, ਤੁਰੋ। ਉਸ ਇੱਕ ਡਾਂਗ ਹੋਰ ਦੋਵਾਂ ਦੀਆਂ ਮੋਰਾਂ 'ਚ ਟਿਕਾ ਦਿੱਤੀ। ਉਹਨਾਂ ਦੇ ਹਾੜੇ ਤੇ ਤਰਲੇ ਕੱਢਦਿਆਂ ਹਰਬੰਸ ਹੋਰੀ ਉਹਨਾਂ ਨੂੰ ਪਿੰਡ ਦੇ ਦੂਜੇ ਪਾਸੇ ਸਥਿਤ ਪੁਲਿਸ ਚੌਕੀ ਵੱਲ ਲੈ ਤੁਰੇ ਤੇ ਹੁਣ ਚੌਂਕੀਓ ਵਾਪਸ ਹਰਬੰਸ ਸਾਈਂ ਦਾਸ ਨੂੰ ਲੈਣ ਆਇਆ ਸੀ। ਕਮਰੇ 'ਚ ਵੜਦਿਆਂ ਉਸ ਵੇਖਿਆ ਸਾਈਂ ਦਾਸ ਚਿਲਮ ਪੀ ਰਿਹਾ ਸੀ ਤੇ ਗੁੜ-ਗੁੜ ਕੀਤੀ ਛੱਤ ਵੱਲ ਧੂੰਆਂ ਸੁੱਟ ਰਿਹਾ ਸੀ। ਖਾਲੀ ਧੁੰਦਲੀਆਂ ਅੱਖਾਂ। ਸੱਤਿਆ ਸਿਮਟ ਕੇ ਇਕੱਠੀ ਹੋ ਗਈ ਤੇ ਉਸ ਅਥਰੂਆਂ ਭਿੱਜਾ ਚਿਹਰਾ ਦੂਜੇ ਪਾਸੇ ਮੋੜ ਲਿਆ। ਹਰਬੰਸ ਨੇ ਵਿਚਾਰਾਂ ਵਿੱਚ ਡੁੱਬੇ ਸਾਈਂ ਦਾਸ ਨੂੰ ਬਾਹਰ ਸੱਦਣ ਲਈ ਖੰਗੂਰਾ ਮਾਰਿਆ। ਸਾਈਂ ਦਾਸ ਨੇ ਉੱਧਰ ਵੇਖਿਆ। ਉਹ ਗੋਡਿਆਂ 'ਤੇ ਹੱਥ ਰੱਖ ਕੇ ਬਿਮਾਰਾਂ ਵਾਂਗ ਉੱਠਿਆ ਤੇ ਹਰਬੰਸ ਦੇ ਪੈਰਾਂ 'ਤੇ ਹੱਥ ਲਾ ਕੇ ਲਾਲ ਗਹਿਰੀਆਂ ਗਮ ਭਿੱਜੀਆਂ ਅੱਖਾਂ ਨਾਲ ਉਸ ਵੱਲ ਤੱਕਣ ਲੱਗਾ। ਹਰਬੰਸ ਦੀ ਨਜ਼ਰ ਉਹ ਤੋਂ ਹਟ ਕੇ ਖਾਲੀ ਆਲੇ ਵੱਲ ਮੁੜ ਗਈ। ਭਗਵਾਨ ਦੀ ਮੂਰਤੀ ਕਿੱਥੇ? ਹਰਬੰਸ ਨੇ ਪ੍ਰਸ਼ਨ ਕੀਤਾ। ਸਾਈਂ ਦਾਸ ਨੇ ਉਹਨੂੰ ਬਾਹੋਂ ਫੜ ਲਿਆ ਤੇ ਕਮਰੇ ਦੀ ਇੱਕ ਨੁੱਕਰ ਵੱਲ ਇਸ਼ਾਰਾ ਕੀਤਾ। ਨੁੱਕਰ ਵਿੱਚ ਜ਼ਮੀਨ 'ਤੇ ਭਗਵਾਨ ਦੀ ਮੂਰਤੀ ਪਈ ਸੀ। ਧੰਨਵਾਦ।